ਕਾਨੂੰਨ ਜਿਹੜੇ ਨੇ ਇਹ ਸਰਕਾਰ ਨੇ ਬਣਾਏ ਨੇ ਤੇ ਸਰਕਾਰ ਇਹਨਾਂ ਨੂੰ ਰੱਦ ਕਰੇ ਤੇ ਇਹ 'ਚ ਸੁਪਰੀਮ ਕੋਰਟ ਦਾ ਕੋਈ ਮਸਲਾ ਨਹੀਂ। ਉਹ ਜਿਹੜੇ 26 ਤਰੀਕ ਨੂੰ ਜੇ ਬੈਰੀਕੇਡ ਤੋੜਨ ਦੀ ਜ਼ਰੂਰਤ ਪਈ ਤਾਂ ਬੈਰੀਕੇਡ ਵੀ ਤੋੜਨਗੇ। ਅਜਿਹਾ ਕੋਈ ਐਲਾਨ, ਅਜਿਹਾ ਕੋਈ ਫੈਸਲਾ? ਸਰਕਾਰ ਨੇ ਬੜਾ ਲੰਬਾ ਸੰਘਰਸ਼ ਕਰਾਇਆ ਵੀ ਆਪਣੇ ਆਪ ਫੇਲ ਹੋ ਜੂ, ਫਿਰ ਸੁਪਰੀਮ ਕੋਰਟ ਨੂੰ ਵਿੱਚ ਲਿਆ ਕੇ ਆ ਕਮੇਟੀਆਂ ਦੀਆਂ ਬਣਾਤੀਆਂ ਤੇ ਉਹਨਾਂ ਬੰਦਿਆਂ ਦੀਆਂ ਕਮੇਟੀਆਂ ਬਣਾਈਆਂ ਜਿਹੜੇ ਇਹਦੇ ਵਿੱਚ ਪਹਿਲਾਂ ਹੀ ਇਹਨਾਂ ਕਾਨੂੰਨਾਂ ਦੀ ਜਿਹੜੀ ਅਪਰੋੜਤਾ ਕਰ ਚੁੱਕੇ ਨੇ। ਹਾਥੀ ਕੇ ਦਾंत ਦਿਖਾਣੇ ਕੇ ਔਰ ਖਾਣੇ ਕੇ ਆਓ, ਇਹ ਰਾਜਨੀਤਿਕ ਲੋਕਾਂ ਦੀਆਂ ਇੱਕ ਚਾਲਾਂ ਹੁੰਦੀਆਂ ਨੇ, ਸਾਜ਼ਿਸ਼ਾਂ ਹੁੰਦੀਆਂ ਨੇ ਵੀ ਆ ਵੀ ਗੱਲ ਕਰੋ ਤੇ ਇਹਦੇ ਨਾਲ ਇਹ ਲੋਕ ਭਰਮਾਏ ਰਹਿਣ। ਬਹੁਤ ਸੁਹਿਰਦ ਹੈ ਤੇ ਇਹ ਜਿਹੜੇ ਕਿਸਾਨ ਲੀਡਰ ਨੇ ਇਹ ਕੋਈ ਢੰਗ ਨਾਲ ਗੱਲ ਨਹੀਂ ਕਰ ਰਹੇ, ਇਹ ਜਿੱਤੇ ਅੜੇ ਹੋਏ ਨੇ, ਇਹ ਸਾਨੂੰ ਬਦਨਾਮ ਕਰ ਰਹੇ ਨੇ। ਜਿਹੜਾ ਆ ਚਿੱਠੀ ਜਿਹੜੀ ਕੱਢੀ ਆ ਬੀਜੇਪੀ ਵਾਲੇ ਨੇ ਉਹ ਤੋਂ ਮੁੱਕਰ ਗਏ ਆ ਤੇ ਇਹ ਸਾਡੀ ਚਿੱਠੀ ਨਹੀਂ। ਸੋ ਇਹਨਾਂ ਲੋਕਾਂ ਦੀ ਕਿਹੜੀ ਗੱਲ ਕਰਦੇ ਜੇ? ਕਿਸਾਨਾਂ ਦੀ ਹੁਣ ਤੱਕ ਸਰਕਾਰ ਨਾਲ ਜਿਹੜੀ ਮੀਟਿੰਗ ਹੋਈ ਆ ਉਹ ਕਿਸਾਨਾਂ ਦੇ ਅੜੀਅਲ ਵਰਤੀਰੇ ਤੇ ਜਿੱਦ ਕਾਰਨ ਇਹ ਕਿਸੇ ਸਿੱਟੇ ਤੇ ਨਹੀਂ ਪਹੁੰਚੀ ਤੇ ਹੁਣ 26 ਜਨਵਰੀ ਨੂੰ ਇਹ ਰੈਲੀ ਕਰ ਰਹੇ, ਟਰੈਕਟਰ ਰੈਲੀ, ਤੇ ਇਹ ਟਰੈਕਟਰ ਰੈਲੀ ਨੂੰ ਕਿਸ ਤਰ੍ਹਾਂ ਰੋਕਣਾ ਉਹ 'ਚ ਉਹਨੇ ਬੜਾ ਸਪਸ਼ਟ ਲਿਖਿਆ, ਟਰੈਕਟਰ ਰੈਲੀ ਨਹੀਂ ਕੱਢਣ ਦੇਣੀ, ਇਹਨਾਂ ਨੂੰ ਬੋਲਣ ਨਹੀਂ ਦੇਣਾ, ਭਾਸ਼ਣ ਕਰਨ ਤੋਂ ਰੋਕਣਾ, ਔਰ ਜੋ ਕੋਈ ਵੀ ਕਾਰਵਾਈ ਹੁੰਦੀ ਆ ਉਹਦੇ ਵਿੱਚ ਸਾਨੂੰ ਜ਼ਾਲਮ ਦੇਸ਼ ਧਰੋਹੀ ਦੱਸਿਆ ਗਿਆ। ਸਤਿ ਸ਼੍ਰੀ ਅਕਾਲ ਜੀ, ਇੱਕ ਵਾਰ ਫਿਰ ਜੁੜੇ ਹਾਂ ਦਿੱਲੀ ਦੇ ਸਿੰਘੂ ਬਾਰਡਰ ਤੋਂ, ਜਿੱਥੇ ਕਿਸਾਨੀ ਅੰਦੋਲਨ ਅੱਜ ਸਿਖਰਾਂ ਤੇ ਪਹੁੰਚਿਆ ਹੋਇਆ। ਪਰ ਜਿਵੇਂ ਕਿਸਾਨੀ ਅੰਦੋਲਨ ਵੱਧ ਰਿਹਾ, ਕੇਂਦਰ ਸਰਕਾਰ ਦੇ ਵੱਲੋਂ ਇਸ ਨੂੰ ਕਮਜ਼ੋਰ ਕਰਨ ਦੀਆਂ ਚਾਲਾਂ ਚੱਲੀਆਂ ਜਾ ਰਹੀਆਂ ਨੇ। ਕਦੇ NIA ਦੇ ਵੱਲੋਂ ਨੋਟਿਸ ਭੇਜੇ ਜਾ ਰਹੇ ਨੇ, ਕਦੇ ਕਿਸਾਨਾਂ ਦੇ ਉੱਤੇ ਪਰਚੇ ਕੀਤੇ ਜਾ ਰਹੇ ਨੇ। ਸੁਪਰੀਮ ਕੋਰਟ ਦੇ ਵੱਲੋਂ ਜਿਹੜੀ ਇੱਕ ਕਮੇਟੀ ਬਣਾਈ ਗਈ ਸੀ, ਉਸ ਕਮੇਟੀ ਤੇ ਅੱਜ ਅਸੀਂ ਰਿਐਕਸ਼ਨ ਲਵਾਂਗੇ ਬਲਦੇਵ ਸਿੰਘ ਸਿਰਸਾ ਦਾ। ਬਲਦੇਵ ਸਿੰਘ ਸਿਰਸਾ ਜੀ, ਜਿਹੜੀ ਕਮੇਟੀ ਬਣਾਈ ਗਈ ਸੀ ਅੱਜ ਉਸ ਦੀ ਪਹਿਲੀ ਮੀਟਿੰਗ ਹੋਈ ਆ। ਉਹ ਕਮੇਟੀ ਕਹਿ ਰਹੀ ਹੈ ਕਿ ਅਸੀਂ ਕਿਸਾਨਾਂ ਦੀ ਵੀ ਰਿਐਕਸ਼ਨ ਲਵਾਂਗੇ, ਕਿਸਾਨਾਂ ਦੀ ਗੱਲਬਾਤ ਸੁਣਾਂਗੇ, ਸੂਬਿਆਂ ਦੀ ਵੀ ਗੱਲਬਾਤ ਸੁਣਾਂਗੇ, ਜਿਹੜੇ ਵਿਰੋਧੀ ਨੇ ਉਹਨਾਂ ਦੀ ਵੀ ਗੱਲਬਾਤ ਸੁਣਾਂਗੇ। ਕੀ ਕਹਿਣਾ? ਦੇਖੋ, ਉਸ ਕਮੇਟੀ ਨੂੰ ਤਾਂ ਸਾਡਾ ਸੰਯੁਕਤ ਮੋਰਚੇ ਵੱਲੋਂ ਪਹਿਲਾਂ ਹੀ ਉਹਨੂੰ ਰੱਦ ਕੀਤਾ ਜਾ ਚੁੱਕਾ। ਉਸ ਕਮੇਟੀ ਤੇ ਪਹਿਲਾਂ ਹੀ ਹਵਾ ਨਿਕਲ ਗਈ। ਜਦੋਂ ਸੁਪਰੀਮ ਕੋਰਟ ਨੇ ਬਣਾਈ ਤਾਂ ਇੱਕ ਆਦਮੀ ਉਹਨਾਂ ਚੋਂ ਭੱਜ ਗਿਆ, ਹਰਨ ਹੋ ਗਿਆ, ਤੇ ਉਹ 4 ਮੈਂਬਰੀ ਜਿਹੜੀ ਕਮੇਟੀ ਹੈ ਉਹ ਉਹੀ ਹੈ ਜਿਹੜੀ ਸਰਕਾਰ ਦੀ ਪਹਿਲਾਂ ਇਹਨਾਂ ਕਾਨੂੰਨਾਂ ਦੀ ਵਕਾਲਤ ਕਰ ਚੁੱਕੀ ਹੈ ਤੇ ਸਾਡੇ ਸੰਯੁਕਤ ਮੋਰਚੇ ਵੱਲੋਂ ਉਸ ਕਮੇਟੀ ਨੂੰ ਪਹਿਲਾਂ ਰੱਦ ਕੀਤਾ ਹੋਇਆ। ਸਰ, ਇੱਕ ਸੁਪਰੀਮ ਕੋਰਟ ਤੇ ਕਿਸਾਨਾਂ ਨੂੰ ਕਿੰਨਾ ਕੁ ਭਰੋਸਾ, ਕਿਉਂਕਿ ਜਿਹੜਾ ਮਾਮਲਾ ਸੁਪਰੀਮ ਕੋਰਟ ਦੇ ਵਿੱਚ ਪਹੁੰਚਿਆ, ਭਾਵੇਂ ਕਮੇਟੀ ਦੀ ਗੱਲ ਹੋਵੇ, ਭਾਵੇਂ ਹੁਣ 26 ਤਰੀਕ ਦੀ ਪਰੇਡ ਦੀ ਗੱਲ ਹੋਵੇ, ਉਹ ਵੀ ਜਿਹੜੀ ਹੈ ਸੁਣਵਾਈ ਆ ਬੁੱਧਵਾਰ ਨੂੰ ਹੋਣ ਵਾਲੀ ਹੈ, ਕਿੰਨਾ ਕੁ ਭਰੋਸਾ ਸੁਪਰੀਮ ਕੋਰਟ ਤੇ? ਦੇਖੋ, ਅਸੀਂ ਪਹਿਲਾਂ ਕਹਿ ਚੁੱਕੇ ਹਾਂ ਸਰਕਾਰ ਨੂੰ ਵੀ ਇਹ ਸਰਕਾਰ ਦੇ ਨਾਲ ਮਸਲਾ ਹੈ, ਇਹ 'ਚ ਸੁਪਰੀਮ ਕੋਰਟ ਨੂੰ ਤੁਸੀਂ ਨਾ ਲਿਆਓ, ਤੇ ਅਸੀਂ ਸੁਪਰੀਮ ਕੋਰਟ ਤੋਂ ਮਤਲਬ ਕਿ ਜਿਹੜਾ ਭਰੋਸੇ ਦੀ ਜਾਂ ਨਾ ਭਰੋਸੇ ਦੀ ਗੱਲ ਨਹੀਂ ਹੈਗੀ। ਅਸੀਂ ਪਹਿਲਾਂ ਕਹਿ ਚੁੱਕੇ ਹਾਂ ਕਿ ਕਾਨੂੰਨ ਜਿਹੜੇ ਨੇ ਇਹ ਸਰਕਾਰ ਨੇ ਬਣਾਏ ਨੇ ਤੇ ਸਰਕਾਰ ਇਹਨਾਂ ਨੂੰ ਰੱਦ ਕਰੇ ਤੇ ਇਹ 'ਚ ਸੁਪਰੀਮ ਕੋਰਟ ਦਾ ਕੋਈ ਮਸਲਾ ਨਹੀਂ। ਸਿਰਸਾ ਜੀ, ਪਹਿਲਾਂ ਕਿਸਾਨਾਂ ਨੂੰ ਭਰਮਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ ਕਿ ਕਾਨੂੰਨ ਚੰਗੇ ਨੇ, ਤੁਸੀਂ ਇਹ ਕਾਨੂੰਨ ਇੱਕ ਵਾਰ ਵਰਤ ਕੇ ਦੇਖੋ, ਅਜਿਹੇ ਬਿਆਨ ਆਏ ਸੀ। ਫਿਰ ਹੁਣ ਦਬਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ NIA ਦੇ ਵੱਲੋਂ ਸਮਨ ਭੇਜ ਕੇ, ਤੁਹਾਨੂੰ ਵੀ ਨੋਟਿਸ ਆਇਆ ਸੀ, ਕੀ ਕਹੋਗੇ? ਹਾਂ, ਠੀਕ ਹੈ, ਮੈਨੂੰ NIA ਵੱਲੋਂ ਨੋਟਿਸ ਆਇਆ ਪਰ ਮੈਂ ਤਾਂ ਗਿਆ ਨਹੀਂ, ਕਿਉਂਕਿ ਸੰਯੁਕਤ ਮੋਰਚੇ ਨੇ ਫੈਸਲਾ ਕੀਤਾ ਕਿ ਨਹੀਂ ਜਾਣਾ। ਤੇ ਫਿਰ ਵੇਖੋ ਕਿ ਇਸ ਤਰ੍ਹਾਂ ਦੇ ਨੋਟਿਸ ਇਸ ਹਿਸਾਬ ਨਾਲ ਆਉਣੇ। ਅੱਜ ਪਹਿਲਾਂ ਤਾਂ ਜਦੋਂ ਡਿਬੇਟ ਹੁੰਦੀ ਸੀ ਜਾਂ ਗੱਲਬਾਤ ਸਰਕਾਰ ਨਾਲ ਹੁੰਦੀ ਸੀ ਤੇ ਡਿਬੇਟ ਦੇ ਵਿੱਚ ਵੀ ਜਿਹੜੇ BJP ਦੇ ਲੀਡਰ ਨੇ ਉਹ ਕਹਿੰਦੇ ਸਰਸਾ ਜੀ ਤੁਸੀਂ ਬਹੁਤ ਵਧੀਆ ਮਤਲਬ ਕਿਸਾਨ ਨੇਤਾ ਜੀ, ਤੁਸੀਂ ਇਹ ਹੈ ਉਹ ਹੈ, ਬੜੀ ਉਮਰ ਤੁਹਾਡੀ ਲੰਬੀ ਹੈ, ਤੁਸੀਂ ਹੁਣ ਬਹੁਤ ਵਧੀਆ ਤਰੀਕੇ ਨਾਲ ਜਿਹੜਾ ਸ਼ਾਂਤਮਈ ਰੱਖਣ ਵਾਸਤੇ ਬਹੁਤ ਯੋਗਦਾਨ ਪਾ ਰਹੇ ਹੋ। ਤੇ ਅੱਜ ਮੈਂ ਦੇਸ਼ ਧਰੋਹੀ ਹੋ ਗਿਆ, ਜਿਸ ਕਰਕੇ ਮੈਂ ਤਾਂ ਭਾਈ ਗਿਆ ਨਹੀਂ ਉੱਥੇ। ਹੁਣ ਪਤਾ ਨਹੀਂ ਉਹ NIA ਇਹ ਕੀ ਏਜੰਸੀ ਆ, ਕਿਹੜੀ ਆ, ਉਹ ਕੌਣ ਹੈ, ਮੈਨੂੰ ਤਾਂ ਪਤਾ ਨਹੀਂ। ਇੱਕ ਜਿਵੇਂ ਝੜੂਨੀ ਸਾਹਿਬ ਨੇ ਪ੍ਰੈਸ ਕਾਨਫਰੰਸ ਕੀਤੀ ਸੀ ਸਿਆਸਤਦਾਨਾਂ ਦੇ ਨਾਲ, ਉਸ ਤੋਂ ਬਾਅਦ ਚਲੋ ਸੰਯੁਕਤ ਕਿਸਾਨ ਮੋਰਚੇ ਦੇ ਵੱਲੋਂ ਉਹਨਾਂ ਨੂੰ ਵਾਪਸੀ ਜਿਹੜਾ ਬੁਲਾ ਲਿਆ ਗਿਆ, ਗੱਲਬਾਤ ਹੋਈ ਆ। ਪਰ ਇੱਕ ਝੜੂਨੀ ਦੇ ਵੱਲੋਂ ਇਲਜ਼ਾਮ ਲਗਾਏ ਗਏ ਨੇ ਸ਼ਿਵ ਕੁਮਾਰ ਕਾਕਾ ਦੇ ਉੱਤੇ, ਉਹ ਕਹਿ ਰਹੇ ਨੇ ਕਿ ਇਹ ਜਿਹੜੇ ਨੇ ਏਜੰਟ ਨੇ RS। ਯਾਰ ਵੇਖੋ, ਇਹ ਬੜਾ ਵੱਡਾ ਪਰਿਵਾਰ ਹੈ, ਇਹ ਇਸ ਟਾਈਮ ਤੇ 40 ਮੈਂਬਰ ਆ, ਸੰਯੁਕਤ ਮੋਰਚੇ ਦੇ 40 ਮੈਂਬਰ ਨੇ, ਔਰ ਇਹ 450 ਤੋਂ ਵੀ ਉੱਤੇ ਕਿਸਾਨ ਜਥੇਬੰਦ ਜਿਹੜੇ ਨੇ ਉਹ ਮਤਲਬ ਕਿ ਜਥੇਬੰਦੀਆਂ ਜਿਹੜੀਆਂ ਉਹ ਇਕੱਠੀਆਂ ਹੋਈਆਂ ਨੇ। ਇੰਨੇ ਵੱਡੇ ਪਰਿਵਾਰ ਦੇ ਵਿੱਚ ਜਿਹੜਾ ਕੋਈ ਨਾ ਕੋਈ ਮਾੜੀ ਮੋਟੀ ਦਾ ਗੱਲ ਹੋ ਜਾਂਦੀ ਹੈ ਤੇ ਉਹ ਪਰਿਵਾਰ ਹੀ ਮੁੜ ਕੇ ਬੈਠ ਕੇ ਜਿਹੜਾ ਉਹਦਾ ਹੱਲ ਕੱਢ ਲੈਂਦਾ, ਉਹ ਨਿਕਲ ਗਿਆ। ਤੇ ਕੋਈ ਐਸੀ ਗੱਲ ਨਹੀਂ ਹੈਗੀ ਮੈਂ ਤੁਹਾਨੂੰ ਕੀ ਕਹਿਤਾ ਤੁਸੀਂ ਮੈਨੂੰ ਕਹਿਤਾ। ਉਹ ਆਮ ਤੌਰ ਤੇ ਨਾ ਇੱਕ ਸਿਆਣਾ ਦੀ ਕਹਾਵਤ ਹੈ ਭਈ ਲੜਦਿਆਂ ਦੀਆਂ 2 ਮਾਵਾਂ ਹੁੰਦੀਆਂ ਨੇ, ਮਾਂ ਜਾਏ ਭਰਾ ਜਦੋਂ ਲੜ ਪੈਣ ਤੇ ਉਹ ਜਦੋਂ ਲੜਦੇ ਨੇ ਤੇ ਬਹੁਤ ਕੁਝ ਕਹਿ ਦਿੰਦੇ ਆ, ਪਰ ਜਦੋਂ ਇਕੱਠੇ ਹੋ ਜਾਂਦੇ ਆ ਉਹ ਫਿਰ ਇਕੱਠੇ। ਇਹ ਕੋਈ ਗੱਲ ਨਹੀਂ ਹੈਗੀ,
ਕੋਈ ਚੱਕਰ ਨਹੀਂ। ਇੱਕ ਸਿਰਸਾ ਜੀ ਝੜੂਨੀ ਜੀ ਵੱਲੋਂ ਕਿਹਾ ਜਾ ਰਿਹਾ ਨਿੱਜੀ ਤੌਰ ਤੇ ਉਹਨਾਂ ਦੀ ਰਾਏ ਆ ਕਿ ਉਹ ਜਿਹੜੇ 26 ਤਰੀਕ ਨੂੰ ਜੇ ਬੈਰੀਗੇਡ ਤੋੜਨ ਦੀ ਜ਼ਰੂਰਤ ਪਈ ਤਾਂ ਬੈਰੀਗੇਡ ਵੀ ਤੋੜਨਗੇ। ਅਜਿਹਾ ਕੋਈ ਐਲਾਨ, ਅਜਿਹਾ ਕੋਈ ਫੈਸਲਾ? ਨਹੀਂ, ਵੇਖੋ ਸੰਯੁਕਤ ਮੋਰਚੇ ਦਾ ਫੈਸਲਾ ਹੋਗਾ, ਉਹ ਨਿੱਜੀ ਰਾਏ ਉਹਨਾਂ ਦੀ। ਮੈਂ ਨਿੱਜੀ ਰਾਏ ਕੋਈ ਵੀ ਰੱਖਾਂ, ਲੇਕਿਨ ਫੈਸਲਾ ਉਹੀ ਹੋਣਾ ਜੋ ਸੰਯੁਕਤ ਮੋਰਚੇ ਨੇ ਕਰਨਾ। ਤੁਹਾਨੂੰ ਕੀ ਲੱਗਦਾ 26 ਤਰੀਕ ਨੂੰ ਜਿਸ ਤਰ੍ਹਾਂ ਟਰੈਕਟਰ ਮਾਰਚ ਕਰਨਾ, ਪਰ ਉਸ ਤੋਂ ਪਹਿਲਾਂ ਹੀ ਮੀਟਿੰਗ, ਜਿਵੇਂ ਅੱਜ ਵੀ ਪੁਲਿਸ ਦੇ ਨਾਲ ਕਿਸਾਨ ਜਥੇਬੰਦੀਆਂ ਦੀ ਮੀਟਿੰਗ ਹੋਈ ਆ, ਕਿਸੇ ਨਾ ਕਿਸੇ ਕੇਂਦਰ ਸਰਕਾਰ ਹੈ ਜਿਹੜੀ ਰੋਕਣਾ ਚਾਹੁੰਦੀ ਆ? ਸਰਕਾਰ ਨੇ ਤੇ ਹੁਣ ਤੱਕ ਕੀ ਹੱਥਕੰਡੇ ਅਪਣਾਏ ਨੇ, ਕੋਈ ਕਸਰ ਛੱਡੀ ਆ? ਬੜੀਆਂ ਸਾਜ਼ਾਂ ਰਚੀਆਂ ਨੇ। ਸਰਕਾਰ ਸੁਪਰੀਮ ਕੋਰਟ ਨੂੰ ਵੀ ਵਿੱਚ ਲੈ ਆਈ, ਸਰਕਾਰ ਨੇ ਸ਼ਰਾਰਤੀ ਅਨਸਰ ਵੀ ਭੇਜੇ, ਸਰਕਾਰ ਨੇ ਬੜਾ ਲੰਬਾ ਸੰਘਰਸ਼ ਕਰਾਇਆ ਵੀ ਆਪਣੇ ਆਪ ਫੇਲ ਹੋ ਜੂ। ਫਿਰ ਸੁਪਰੀਮ ਕੋਰਟ ਨੂੰ ਵਿੱਚ ਲਿਆ ਕੇ ਆ ਕਮੇਟੀਆਂ ਜੀਆਂ ਬਣਾਤੀਆਂ ਤੇ ਉਹਨਾਂ ਬੰਦਿਆਂ ਦੀਆਂ ਕਮੇਟੀਆਂ ਬਣਾਈਆਂ ਜਿਹੜੇ ਇਹਦੇ ਵਿੱਚ ਪਹਿਲਾਂ ਹੀ ਇਹਨਾਂ ਕਾਨੂੰਨਾਂ ਦੀ ਜਿਹੜੀ ਅਪਰੋੜਤਾ ਕਰ ਚੁੱਕੇ ਨੇ, ਬੜੀਆਂ ਵੱਡੀਆਂ ਵਕਾਲਤਾਂ ਕੀਤੀਆਂ। ਉਸ ਤੋਂ ਬਾਅਦ NIA ਏਜੰਸੀ ਨੂੰ ਵੀ ਲੈਂਦਾ। ਉਹ ਸਿਆਣੇ ਕਹਿੰਦੇ ਨੇ ਆਪ ਤਾਂ ਡੁੱਬੀ ਨਾਲ ਜਜਮਾਨ ਵੀ ਡੋਬੇ। ਇਹ ਸਰਕਾਰ ਨੇ ਆਪਣੀ ਤਾਂ ਕਿਰਕਰੀ ਕਰਾਈ, ਮਿੱਟੀ ਪੀਤ ਕਰਾਈ, ਲਾਹਨਤਾਂ ਬਹੁਤ ਜ਼ਿਆਦਾ ਇਸ ਸਰਕਾਰ ਨੂੰ ਪੈ ਚੁੱਕੀਆਂ ਨੇ। ਪਰ ਪਤਾ ਨਹੀਂ ਯਾਰ ਇਹ ਕਿਹੜੇ ਢੀਠ ਮਿੱਟੀ ਦੇ ਬਣੇ ਹੋਏ ਨੇ। ਇਹ ਰੋਜ਼ ਕੋਈ ਨਾ ਕੋਈ ਨਵਾਂ ਸਟੈਂਡ ਆ। ਹੁਣ ਇੱਕ ਚਿੱਠੀ ਵੀ ਇਹਨਾਂ ਨੇ BJP ਦੇ ਲੈਟਰ ਪੈਡ ਦੇ ਉੱਤੇ ਜਿਹੜੀ ਆ 15 ਜਨਵਰੀ ਨੂੰ ਇਸ਼ੂ ਕਰਤੀ ਆ, ਕੋਈ ਰਜੇਸ਼ ਭਾਟੀਆ ਤੇ ਉਹਦੇ ਵੱਲੋਂ ਹੋਈ ਆ, ਜਿਹਦੇ 'ਚ ਹਿੰਸਕ ਇਸ ਜਿਹੜਾ ਟਰੈਕਟਰ ਰੈਲੀ ਆ ਉਹਨੂੰ ਹਿੰਸਕ ਰੂਪ ਦੇਣ ਵਾਸਤੇ ਉਹਨਾਂ ਲੋਕਾਂ ਨੂੰ ਮਾਲਕਾਂ ਦੇ ਸਾਨੂੰ ਦੇਸ਼ ਧਰੋਹੀ ਦੱਸਿਆ ਗਿਆ, ਬਹੁਤ ਕੁਝ ਦੱਸਿਆ ਗਿਆ। ਫਿਰ ਚਿੱਠੀ ਇਸ਼ੂ ਕਰਕੇ ਫਿਰ ਮੁੱਕਰ ਗਏ ਆ। ਇਹ ਤਾਂ ਬੰਦੇ ਜਿਹੜੇ ਨੇ ਪਤਾ ਨਹੀਂ ਕਿਸ ਮਿੱਟੀ ਦੇ ਯਾਰ ਬਣੇ ਹੋਏ ਨੇ, ਸੋ ਕੁਝ ਸਮਝ ਨਹੀਂ ਆ ਰਹੀ। ਸਿਰਸਾ ਜੀ ਜਿਹੜੀ ਮੀਟਿੰਗ ਆ, ਹੁਣ ਅਗਲੀ ਮੀਟਿੰਗ ਆ ਜਿਹੜੀ ਬੀਤੇ ਦਿਨ ਪਹਿਲਾਂ ਵੀ ਮੀਟਿੰਗਾਂ ਹੋਈਆਂ ਨੇ, ਬੇਸਿੱਟਾ ਨਿਕਲੇ। ਹੁਣ ਅਗਲੀ ਮੀਟਿੰਗ ਦੇ ਵਿੱਚ ਤੁਹਾਨੂੰ ਕਿੰਨੀਆਂ ਆਸਾਂ ਉਮੀਦਾਂ ਨੇ, ਕਿਉਂਕਿ 26 ਤਰੀਕ ਵੀ ਨੇੜੇ ਆ ਰਹੀ ਆ, ਸਭ ਦੀ ਨਜ਼ਰਾਂ 26 ਤਰੀਕ ਤੇ ਤੇ ਇੱਕ ਮੀਟਿੰਗ ਤੇ ਵੀ ਨਜ਼ਰਾਂ ਨੇ? ਦੇਖੋ ਜਿਹੜੀ ਉਮੀਦ ਦੀ ਗੱਲ ਹੈ ਨਾ, ਅਸੀਂ ਉਮੀਦ ਲੈ ਕੇ ਬੈਠੇ ਹਾਂ ਔਰ ਸਾਨੂੰ ਭਰੋਸਾ ਉਸ ਅਕਾਲ ਪੁਰਖ ਤੇ। ਅਸੀਂ ਸੱਚ ਦੀ ਲੜਾਈ ਲੜ ਰਹੇ ਹਾਂ, ਪੂਰੀ ਮਾਨਵਤਾ ਦੀ ਲੜਾਈ ਲੜ ਰਹੇ ਹਾਂ। ਅਸੀਂ ਕਿਤੇ ਇਹ ਨਹੀਂ ਹੈਗਾ ਵੀ ਪੰਜਾਬ ਦੀ ਆ ਜਾਂ ਸਿੱਖਾਂ ਦੀ ਆ ਜਾਂ ਕਿਸਾਨਾਂ ਦੀ ਆ ਜਾਂ ਮਜ਼ਦੂਰਾਂ ਦੀ ਆ। ਜਿਹੜੇ ਵੀ ਲੋਕ 2 ਟਾਈਮ ਆਪਣੇ ਪੇਟ ਦੀ ਭੁੱਖ ਮਿਟਾਉਣ ਵਾਸਤੇ ਉਹ ਕਣਕ ਦੀ ਰੋਟੀ ਖਾਣ, ਮੱਕੀ ਦੀ ਖਾਣ, ਚੌਲ ਖਾ ਕੇ ਢਿੱਡ ਭਰਨ, ਇਹ ਉਹਨਾਂ ਲੋਕਾਂ ਦੀ ਲੜਾਈ ਹੈ ਤੇ ਇਹ ਸਮੁੱਚੇ ਵਰਗਾਂ ਦੀ ਲੜਾਈ ਹੈ, ਜਿਸ ਕਰਕੇ ਸਾਨੂੰ ਭਰੋਸਾ ਉੱਤੇ ਵੀ ਅਸੀਂ ਜਿੱਤ ਕੇ ਜਾਵਾਂਗੇ। ਇੱਕ ਡਬਲ ਜਿਹੜੀ ਆ ਰਾਜਨੀਤੀ ਕਿਉਂ ਅਪਣਾ ਰਹੇ ਨੇ? ਪਹਿਲਾਂ ਜਿਵੇਂ ਨਰਿੰਦਰ ਤੋਮਰ ਦਾ ਬਿਆਨ ਆਉਂਦਾ ਰਿਹਾ ਕਿ ਮਸਲੇ ਦਾ ਹੱਲ ਨਿਕਲੂਗਾ, ਉਸ ਤੋਂ ਬਾਅਦ ਨਰਿੰਦਰ ਤੋਮਰ ਦਾ ਬਿਆਨ ਆਇਆ ਕਿ ਕਿਸਾਨ ਜੇਕਰ ਸੋਧ ਕਰਵਾਉਣਾ ਚਾਹੁੰਦੇ ਨੇ ਤਾਂ ਕਰਵਾ ਸਕਦੇ, ਇਸ ਤੋਂ ਇਲਾਵਾ ਰੱਦ ਕਰਨ ਤੋਂ ਇਲਾਵਾ ਕੋਈ ਰੱਖਣ। ਰਾਜਨਾਥ ਸਿੰਘ ਦਾ ਇੱਕ ਬਿਆਨ ਆਇਆ, ਪਹਿਲਾਂ ਅਜਿਹੇ ਬਿਆਨ ਆ ਰਹੇ, ਅਜਿਹੇ ਕਾਨੂੰਨਾਂ ਨੂੰ ਲੈ ਕੇ ਬਿਆਨ ਆਉਂਦੇ ਰਹੇ। ਹੁਣ ਬਿਆਨ ਆਇਆ ਕਿ ਜਿਹੜਾ ਕੋਈ ਅੱਤਵਾਦੀ ਕਹੂਗਾ ਉਹਦਾ ਵਿਰੋਧ ਕੀਤਾ ਕਿ ਮੈਂ ਉਹਨਾਂ ਦੇ ਕਿਸਾਨ ਭਰਾਵਾਂ ਦੇ ਨਾਲ ਖੜਿਆ। ਜੀ ਡਬਲ ਸਟੈਂਡਰਡ ਕਿਉਂ? ਹਾਥੀ ਕੇ ਦਾंत ਦਿਖਾਣੇ ਕੇ ਔਰ ਖਾਣੇ ਕੇ ਔਰ, ਇਹ ਰਾਜਨੀਤਿਕ ਲੋਕਾਂ ਦੀਆਂ ਇੱਕ ਚਾਲਾਂ ਹੁੰਦੀਆਂ ਨੇ, ਸਾਜ਼ਾਂ ਹੁੰਦੀਆਂ ਨੇ ਵੀ ਆ ਵੀ ਗੱਲ ਕਰੋ ਤੇ ਇਹਦੇ ਨਾਲ ਇਹ ਲੋਕ ਭਰਮਾਏ ਰਹਿਣ। ਉਹਦੇ ਵਿੱਚ ਜਿਹੜੇ ਭੋਲੇ ਭਾਲੇ ਲੋਕ ਨੇ ਉਹ ਕਹਿਣਗੇ ਦੇਖੋ ਜੀ ਜਿਹੜੇ ਮੰਤਰੀ ਸਾਹਿਬ ਨੇ, ਰਾਜਨਾਥ ਜੀ ਨੇ ਆਹ ਗੱਲ ਕੀਤੀ, ਯਾਨੀ ਕਿ ਸੱਪ ਵੀ ਮਰ ਜੇ ਸੋਟੀ ਵੀ ਬਚ ਜੇ। ਜੀ ਬਾਰ ਜੀ ਲੋਕਾਂ ਨੂੰ ਨਹੀਂ ਇਹਦੇ ਵਿੱਚ ਸੱਪ ਸੋਟੀ ਦੀ ਨਹੀਂ ਗੱਲ, ਇਹ 'ਚ ਚਾਲ ਇੱਕ ਸਾਜ਼ਿਸ਼ ਹੈ। ਆਮ ਲੋਕਾਂ ਦੇ ਮਨ 'ਚ ਇਹ ਗੱਲ ਜਚਾਉਣੀ ਵੀ ਸਰਕਾਰ ਤੇ ਜਿਹੜੀ ਆ ਇਹ ਕਿਸਾਨਾਂ ਦੇ ਨਾਲ ਖੜੀ ਆ, ਬਹੁਤ ਸੁਹਿਰਦ ਹੈ ਤੇ ਇਹ ਜਿਹੜੇ ਕਿਸਾਨ ਲੀਡਰ ਨੇ ਇਹ ਕੋਈ ਢੰਗ ਨਾਲ ਗੱਲ ਨਹੀਂ ਕਰ ਰਹੇ, ਇਹ ਜਿੱਤੇ ਅੜੇ ਹੋਏ ਨੇ, ਇਹ ਸਾਨੂੰ ਬਦਨਾਮ ਕਰ ਰਹੇ ਨੇ। ਵੇਖੋ ਤੁਹਾਡੇ ਸਾਹਮਣੇ, ਕਦੀ ਇਹ ਸਾਨੂੰ ਕਹਿੰਦੇ ਆ ਇਹ ਪਾਕਿਸਤਾਨੀ ਆ, ਇਹ ਚੈਨੀ ਨੇ, ਇਹ ਕਿਸਾਨ ਹੀ ਨਹੀਂ, ਇਹ ਅਕਾਲੀ ਨੇ, ਇਹ ਕਾਂਗਰਸੀ ਨੇ, ਕਦੀ ਕੁਛ ਤੇ ਦੂਸਰੇ ਪਾਸੇ ਜਦੋਂ ਗੱਲ ਕਰਨਗੇ ਉਦੋਂ ਮੂੰਹ ਤੇ ਕਹਿਣਗੇ ਤੁਹਾਡੇ ਵਰਗਾ ਤਾਂ ਜੀ ਕੋਈ ਕਿਸਾਨ ਹੀ ਨਹੀਂ ਹੋਣਾ। ਅਸੀਂ ਕਿਸਾਨ ਲੀਡਰਾਂ ਨਾਲ ਗੱਲ ਕਰ ਰਹੇ ਹਾਂ, ਤੁਸੀਂ ਬਹੁਤ ਸ਼ਾਂਤਮਈ ਤਰੀਕੇ ਨਾਲ ਚੱਲ ਰਹੇ ਹੋ, ਅਸੀਂ ਤੁਹਾਨੂੰ ਸਲੂਟ ਕਰਦੇ ਹਾਂ। ਉਦੋਂ ਇਸ ਤਰ੍ਹਾਂ ਦੀਆਂ ਗੱਲਾਂ, ਤੇ ਜਦੋਂ ਪਾਸੇ ਹੁੰਦੇ ਨੇ ਪਿੱਠ ਪਿੱਛੇ ਹੋਰ, ਫਿਰ ਪਿੱਠ ਛੁਰਾ ਮਾਰਨ। ਸੋ ਇਹਨਾਂ ਲੋਕਾਂ ਦੀਆਂ ਗੱਲਾਂ ਜਿਹੜੀਆਂ ਇਹਨਾਂ ਦੀਆਂ 2 ਜ਼ਬਾਨਾਂ ਹੁੰਦੀਆਂ। ਤੇ ਇੱਕ ਨਾ ਅੱਜ ਬੋਲ ਰਿਹਾ ਸੀ, ਮੈਂ ਉਹ ਲਫ਼ਜ਼ ਨਹੀਂ ਕਹਿਣੇ, ਇੱਕ ਅੱਜ TV ਤੇ ਕੋਈ ਬੋਲ ਰਿਹਾ ਸੀ, ਉਹ ਸ਼ਬਦਾਵਲੀ ਕੁਛ ਹੋਰ ਹਿਸਾਬ ਦੀ ਬੋਲ ਰਿਹਾ ਸੀ ਤੇ ਸੋ ਮੈਂ ਉਹ ਸ਼ਬਦਾਵਲੀ ਨਹੀਂ ਬੋਲਣੀ। ਇਹ ਇੱਕ ਜ਼ਬਾਨ ਇਹਨਾਂ ਦੀ ਅਗਲੇ ਪਾਸੇ ਆ, ਇੱਕ ਜ਼ਬਾਨ ਇਹਨਾਂ ਦੀ ਪਿਛਲੇ ਪਾਸੇ ਆ। ਸੋ ਇਹ ਇਸ ਤਰ੍ਹਾਂ ਦੇ ਬੰਦੇ ਨੇ ਇਹ ਜਿਹੜੇ ਗੱਲ ਕਰਕੇ ਮੁੱਕਰਦੇ ਨੇ। ਹੁਣ ਤੇ ਇਹਨਾਂ ਨੇ ਹੋਰ ਵੀ ਬਹੁਤ ਸਾਰਾ ਜਿਹੜਾ ਆ ਚਿੱਠੀ ਜਿਹੜੀ ਕੱਢੀ ਆ BJP ਵਾਲੇ ਨੇ, ਉਹ ਤੋਂ ਮੁੱਕਰ ਗਏ ਆ ਵੀ ਇਹ ਸਾਡੀ ਚਿੱਠੀ ਨਹੀਂ। ਸੋ ਇਹਨਾਂ ਲੋਕਾਂ ਦੀ ਕਿਹੜੀ ਗੱਲ ਕਰਦੇ ਜੇ। ਪਰ ਇੱਕ ਗੱਲ ਦੱਸਦੇ ਆ ਕਿ ਇਹ ਕਿਸਾਨ ਸੰਗਠਨ ਜਿਹੜੇ ਨੇ ਬਹੁਤ ਧੀਰਜ ਨਾਲ, ਹੌਸਲੇ ਨਾਲ, ਦ੍ਰਿੜਤਾ ਨਾਲ, ਦੂਰਅੰਦੇਸ਼ੀ ਨਾਲ ਫੈਸਲੇ ਕਰਕੇ ਤੇ ਇਹ ਲੰਬਾ ਸੰਘਰਸ਼ ਜਿਹੜਾ ਲੈ ਕੇ ਚੱਲ ਰਹੇ ਨੇ। ਔਰ ਹੁਣ ਤੱਕ ਸ਼ਾਂਤਮਈ ਸ਼ੁਰੂ ਕੀਤਾ ਸੀ, ਸ਼ਾਂਤਮਈ ਰਿਹਾ, ਅੱਗੇ ਸ਼ਾਂਤਮਈ ਰੱਖਣਾ ਹੈ। ਇਹ 26 ਜਨਵਰੀ ਨੂੰ ਕੀ ਕਰਦੇ ਆ, ਜਿਹੜੀ ਕਿ ਚਿੱਠੀ ਰਜੇਸ਼ ਜਿਹੜਾ ਹੈਗਾ ਭਾਟੀਆ ਉਹਨੇ ਜਿਹੜੀ ਲਿਖੀ ਆ,
ਉਹ ਤਾਂ ਬੜੀ ਕਮਾਲ ਦੀ ਇਹਦੇ ਵਿੱਚ ਹੈ ਕੀ ਸੀ ਸਿਰਸਾ ਜੀ? ਚਿੱਠੀ 'ਚ ਉਹਨਾਂ ਨੇ ਲਿਖਿਆ 15 ਜਨਵਰੀ ਨੂੰ ਚਿੱਠੀ ਇਸ਼ੂ ਕੀਤੀ ਆ ਭਾਰਤੀ ਜਨਤਾ ਪਾਰਟੀ ਦੇ ਜਿਹੜਾ ਦਿੱਲੀ ਹੈਗਾ ਆਪਣਾ ਸੰਗਠਨ ਦਿੱਲੀ ਪ੍ਰਦੇਸ਼ ਵੱਲੋਂ ਆ, ਤੇ ਉਹਦੇ ਵਿੱਚ ਇਹ ਰਜੇਸ਼ ਭਾਟੀਆ ਜਿਹੜਾ ਇਹ ਪਾਰਟੀ ਦਾ ਹੈਗਾ ਮਹਾ ਮੰਤਰੀ ਵੀ ਹੈ, ਤੇ ਉਹਦੇ ਵਿੱਚ ਉਹਨੇ ਲਿਖਿਆ ਹੈ ਕਿ ਇਹ ਜਿਹੜਾ ਕਿਸਾਨ ਸੰਘਰਸ਼ ਚੱਲ ਰਿਹਾ ਹੈ, ਇਹਦੇ ਵਿੱਚ ਕਿਸਾਨਾਂ ਦੀ ਹੁਣ ਤੱਕ ਸਰਕਾਰ ਨਾਲ ਜਿਹੜੀ ਮੀਟਿੰਗ ਹੋਈ ਆ ਉਹ ਕਿਸਾਨਾਂ ਦੇ ਅੜੀਅਲ ਵਤੀਰੇ ਤੇ ਜਿੱਦ ਕਾਰਨ ਇਹ ਕਿਸੇ ਸਿੱਟੇ ਤੇ ਨਹੀਂ ਪਹੁੰਚੀ। ਤੇ ਹੁਣ ਇਹ 26 ਜਨਵਰੀ ਨੂੰ ਇਹ ਰੈਲੀ ਕਰ ਰਹੇ, ਟਰੈਕਟਰ ਰੈਲੀ, ਤੇ ਇਹ ਟਰੈਕਟਰ ਰੈਲੀ ਨੂੰ ਕਿਸ ਤਰ੍ਹਾਂ ਰੋਕਣਾ ਹੈ ਉਹ 'ਚ ਉਹਨੇ ਬੜਾ ਸਪਸ਼ਟ ਲਿਖਿਆ ਕਿ ਇਹਨਾਂ ਦੇਸ਼ ਧਰੋਈਆਂ ਨੂੰ ਟਰੈਕਟਰ ਰੈਲੀ ਨਹੀਂ ਕੱਢਣ ਦੇਣੀ, ਇਹਨਾਂ ਨੂੰ ਬੋਲਣ ਨਹੀਂ ਦੇਣਾ, ਭਾਸ਼ਣ ਕਰਨ ਤੋਂ ਰੋਕਣਾ ਹੈ, ਔਰ ਜੋ ਕੋਈ ਵੀ ਕਾਰਵਾਈ ਹੁੰਦੀ ਆ ਉਹਦੇ ਵਿੱਚ ਸਾਨੂੰ ਜ਼ਾਲਮ ਦੇਸ਼ ਧਰੋਹੀ ਦੱਸਿਆ ਗਿਆ ਵੀ ਇਹ ਕਿਸਾਨ ਜਿਹੜੇ ਨੇ ਕਿਸੇ ਵੀ ਕਿਸਮ ਦਾ ਜ਼ੁਲਮ ਕਰਦੇ ਵੀ ਟਰੈਕਟਰ ਲੈ ਕੇ ਚੱਲਦੇ ਆ, ਤੇ ਤੁਸੀਂ ਉੱਤੇ ਕੋਈ ਵੀ ਹਿੰਸਕ ਕਾਰਵਾਈ ਤੁਹਾਨੂੰ ਕਰਨੀ ਪਵੇ ਇਹਨਾਂ ਲੋਕਾਂ ਦੇ ਉੱਤੇ ਰੋਕਣ ਲਈ, ਤੇ ਤੁਸੀਂ ਪਰਵਾਹ ਨਹੀਂ ਕਰਨੀ, ਤੁਹਾਡੇ ਤੇ ਕੋਈ ਵੀ ਕਾਨੂੰਨੀ ਕਾਰਵਾਈ ਨਹੀਂ ਹੋਵੇਗੀ। ਐਡਾ ਵੱਡਾ ਅਗਲਿਆਂ ਨੂੰ ਮਤਲਬ ਕਿ ਮੈਸੇਜ ਦੇਣਾ, ਉਹਨਾਂ ਦੇ ਦਿਲ ਦੇ ਵਿੱਚ ਇੱਕ ਜ਼ਹਿਰ ਭਰਨਾ, ਤੇ ਇੱਕ ਪਾਸੇ ਕਹਿਣਾ ਕਿ ਅਸੀਂ ਜਿਹੜਾ ਕਿਸਾਨਾਂ ਦੇ ਨਾਲ ਆ, ਕਿਸਾਨਾਂ ਦੇ ਹਿੱਤ 'ਚ ਆ, ਇਹ ਕਾਨੂੰਨ ਕਿਸਾਨਾਂ ਦੇ ਹਿੱਤ 'ਚ ਨੇ, ਸਾਡੇ ਕੋਲ ਸੰਸ਼ੋਧਨ ਕਰਾ ਲਓ, ਸਾਨੂੰ ਖਾਲੀ ਡੱਬਾ ਰਹਿਣ ਦਿਓ, ਮਠਿਆਈ ਸਾਰੀ ਕੱਢ ਲਓ। ਐਡੇ ਬੇਸ਼ਰਮ, ਐਡੇ ਢੀਠ ਲੋਕ, ਬੇਜਮਾਨੇ, ਤੇ ਦੂਸਰੇ ਪਾਸੇ ਖਾਨਾ ਜੰਗੀ ਦੀਆਂ ਤਿਆਰੀਆਂ ਕਰਾ ਰਹੇ ਨੇ। ਸੋ ਚਿੱਠੀ 'ਚ ਬਹੁਤ ਗਲਤ ਲਿਖਿਆ, ਤੇ ਹੁਣ ਮੁੱਕਰ ਗਏ ਨੇ। ਮੁੱਕਰੇ ਕਦੋਂ? 15 ਜਨਵਰੀ ਨੂੰ ਚਿੱਠੀ ਇਸ਼ੂ ਹੁੰਦੀ ਆ, ਔਰ ਉਸ ਤੋਂ ਬਾਅਦ 16 ਜਨਵਰੀ ਨੂੰ ਮੇਰੇ ਵੱਲੋਂ ਜੀ ਨਿਊਜ਼ ਟੀਵੀ ਚੈਨਲ ਔਰ ਆਜ ਤੱਕ ਟੀਵੀ ਚੈਨਲ, ਲੇਵਲਿੰਗ ਟੀਵੀ ਚੈਨਲ, ਤਿੰਨਾਂ 4 ਟੀਵੀ ਚੈਨਲਾਂ ਤੇ ਪਠਾਨਕੋਟ ਸਾਂ, ਮੈਂ ਉੱਥੇ ਪੰਜਾਬ ਸਾਂ, ਉੱਥੇ ਮੈਂ ਡਿਬੇਟ ਚੱਲੀ ਆ। ਉਸ ਡਿਬੇਟ ਦੇ ਵਿੱਚ ਜਿਹੜੇ ਸਵਾਲ ਜਵਾਬ ਕੀਤੇ ਆ ਉਹ ਲੋਕ ਸੁਣ ਲੈਣ, ਉਹਨਾਂ ਨੂੰ ਸਾਰੇ ਆਪੇ ਪਤਾ ਲੱਗ ਜਾਏਗਾ ਵੀ ਉਹ 'ਚ ਕੀ ਜਵਾਬ ਦੇ ਰਹੇ ਨੇ। ਸੋ ਹੁਣ ਮੁੱਕਰ ਰਹੇ ਨੇ ਜਾਣਬੁੱਝ ਕੇ, ਤੇ ਇੱਕ ਵਾਰ ਇਹਨਾਂ ਨੇ ਜ਼ਹਿਰ ਫੈਲਾਤਾ ਲੋਕਾਂ ਦੇ ਵਿੱਚ, ਝਪੜਾ ਜਿਹੜੀ ਸੀ ਇਹ ਭਰਤਾ ਵੀ ਸਾਨੂੰ ਕੋਈ ਪਰਵਾਹ ਨਹੀਂ, ਇਹਨਾਂ ਲੋਕਾਂ ਨੇ ਜਿਸ ਤਰ੍ਹਾਂ ਪਹਿਲਾਂ ਵੀ ਕੁਝ ਹੋਇਆ। ਸੋ ਇਹਨਾਂ ਦੇ ਬਹੁਤ ਮਨਸੂਬੇ ਗਲਤ ਨੇ, ਇਹ ਹਿੰਸਕ ਕਾਰਵਾਈ ਕਰਨਗੇ। ਤੁਹਾਡੇ ਚੈਨਲ ਦੇ ਰਾਹੀਂ ਮੈਂ ਉਹਨਾਂ ਨੂੰ ਕਹਿਣਾ ਚਾਹੁੰਦਾ ਕਿ ਅਜੇ ਵੀ ਵੇਲਾ 26 ਜਨਵਰੀ ਤੋਂ ਪਹਿਲਾਂ ਇਹ ਕਿਸਾਨਾਂ ਦੇ ਮਸਲੇ ਜਿਹੜੇ ਆ ਇਹ ਹੱਲ ਕਰ ਦਿਓ। ਤਿੰਨੇ ਖੇਤੀ ਕਾਨੂੰਨ ਰੱਦ ਕਰੋ, MSP ਪੂਰੇ ਭਾਰਤ 'ਚ ਕਾਨੂੰਨ ਦੇ ਤਹਿਤ ਲਾਗੂ ਕਰੋ, ਤੇ ਇਹ ਲੋਕ ਸ਼ਾਂਤਮਈ ਤਰੀਕੇ ਨਾਲ ਆਏ ਸੀ ਤੇ ਸ਼ਾਂਤਮਈ ਰਹਿਣ। ਤੁਸੀਂ 122 ਦੇ ਕਰੀਬ ਕਿਸਾਨਾਂ ਦੀ ਜਿਹੜੀ ਆਹੂਤੀ ਲੈ ਲਈ ਆ, ਤੇ ਹੁਣ ਅੱਗੇ ਜਿਹੜੀ ਆ ਕਿਰਪਾ ਕਰੋ, ਆਹ ਜਿਹੜੀ ਚਿੱਠੀ ਤੁਸੀਂ ਲਿਖੀ ਆ ਜਿੱਥੋਂ ਮੁੱਕਰ ਗਏ ਹੋ, ਜਿਹੜਾ ਕਹਿੰਦੇ ਜੇ ਵੀ ਸਾਡਾ ਲੈਟਰ ਚੋਰੀ ਹੋ ਗਿਆ, ਉਹਦੀ ਦੁਰਵਰਤੋਂ ਕੀਤੀ ਗਈ, ਇਹ ਪੜਤਾਲ ਕਰੋ। ਤੁਹਾਡਾ ਜਿਹੜਾ ਇਹ ਜਨਤਾ ਪਾਰਟੀ ਦਾ ਉਹ ਹੈਗਾ ਲੈਟਰ ਪੈਡ ਤੋਂ ਜਿਹੜਾ ਲੈਟਰ ਚੋਰੀ ਹੋਇਆ, ਜਿੱਥੇ ਚਿੱਠੀ ਲਿਖੀ ਆ, ਉਹ ਕਿੰਨੇ ਚੋਰੀ ਕੀਤਾ, ਉਹ ਟਾਈਪ ਕਿੰਨੇ ਕਰਾਇਆ, ਉਹ ਕੌਣ ਸੀ, ਅੱਗੇ ਕਿਹਨੂੰ ਦਿੱਤਾ, ਉਹਨਾਂ ਦੇ ਨਾਲ ਕੌਣ ਬੰਦੇ ਜੁੜੇ, ਸੋਸ਼ਲ ਮੀਡੀਆ 'ਤੇ ਕਿੰਨੇ ਪਾਇਆ, ਸਾਰੇ ਲਿਆਓ ਸਾਹਮਣੇ। ਜੇ ਤੁਹਾਡੇ ਚਾਹਮਤਾ ਤੁਸੀਂ ਕਹਿਤਾ ਇਹ ਤਾਂ ਜੀ ਕਿਸੇ ਨੇ ਸਾਡੇ ਲੈਟਰ ਪੈਡ ਦੀ ਦੁਰਵਰਤੋਂ ਕੀਤੀ ਆ, ਇਹਨੇ ਕਹਿ ਕੇ ਛੁੱਟ ਜਾਓਗੇ, ਬਰੀ ਨਹੀਂ ਹੋਵੋਗੇ। ਦੁਨੀਆ ਦੇ ਸਾਹਮਣੇ ਬਲਦੇਵ ਸਿੰਘ ਸਰਸਾ ਨੇ ਪਹਿਲਾਂ ਵੀ ਰਾਮ ਪ੍ਰਕਾਸ਼ ਦੇ ਖਿਲਾਫ ਥਾਣਾ ਕੁੰਡਲੀ 'ਚ FIR ਦਰਜ ਕਰਾ ਕੇ ਲੜਕੇ ਤੇ ਲੜਕੀਆਂ ਨੂੰ ਫੜਾ ਕੇ ਤੁਹਾਡੇ ਪਰਦੇ ਫਾਸ ਕੀਤੇ ਆ, ਤੇ ਇਸ ਚਿੱਠੀ ਦਾ ਵੀ ਪਰਦਾ ਫਾਸ ਕਰਤਾ ਹੈ। ਤੁਸੀਂ ਇਹਨੂੰ ਕੰਡੈਮ ਕਰਕੇ ਇਸ ਤਰ੍ਹਾਂ ਬਚ ਨਹੀਂ ਸਕਦੇ। ਜੀ ਬਹੁਤ ਧੰਨਵਾਦ ਜੀ। ਸੋ ਇਹ ਸੀ ਬਲਦੇਵ ਸਿੰਘ ਸਿਰਸਾ, ਜਿਨ੍ਹਾਂ ਦੇ ਵੱਲੋਂ ਸਾਫ਼ ਤੌਰ ਤੇ ਕਿਹਾ ਗਿਆ ਕਿ ਕੇਂਦਰ ਸਰਕਾਰ ਲਗਾਤਾਰ ਅਜਿਹੀਆਂ ਕੁਝੀਆਂ ਹਰਕਤਾਂ ਕਰਦੀ ਨਜ਼ਰ ਆ ਰਹੀ ਆ, ਪਰ ਹੁਣ ਜਿਵੇਂ ਪਹਿਲਾਂ ਵੀ ਬਲਦੇਵ ਸਿੰਘ ਸਿਰਸਾ ਹੋਰਾਂ ਨੇ ਜਿਹੜੇ ਇੱਥੇ ਸਾਜ਼ਿਸ਼ਾਂ ਕਰ ਰਹੇ ਸੀ, ਵਿਅਕਤੀ ਭੇਜੇ ਗਏ ਸੀ ਸੰਘਰਸ਼ ਨੂੰ ਕਮਜ਼ੋਰ ਕਰਨ ਦੇ ਲਈ, ਉਹਨਾਂ ਦਾ ਚਿਹਰਾ ਜਿਹੜਾ ਜਗ ਜ਼ਾਹਰ ਕੀਤਾ ਸੀ। ਹੁਣ ਜਿਹੜੀ ਚਿੱਠੀ ਤੇ ਚਰਚਾ ਫਿਰ ਤੋਂ ਛਿੜ ਗਈ ਹੈ। ਭਾਜਪਾ ਦੇ ਵੱਲੋਂ ਇੱਕ ਚਿੱਠੀ ਭੇਜੀ ਗਈ ਆ, ਤੇ ਕਿਸ ਤਰ੍ਹਾਂ ਦੀਆਂ ਉਹ ਤਿਆਰੀਆਂ ਕਰ ਰਹੇ ਨੇ, ਦੇਸ਼ ਧਰੋਹ ਦੇ ਪਰਚੇ ਦਰਜ ਕਰਨ ਦੀ ਗੱਲ ਕਰ ਰਹੇ ਨੇ, ਪਰ ਭਾਜਪਾ ਉਧਰ ਉਹ ਮੁਨਕਰ ਹੋ ਗਈ ਹੈ ਇਸ ਚਿੱਠੀ ਤੋਂ। ਲਗਾਤਾਰ ਤੁਹਾਨੂੰ ਪਲ ਪਲ ਦੀ ਜਾਣਕਾਰੀ ਦਿੰਦੇ ਰਹਾਂਗੇ। ਬਣੇ ਰਹੋ D5 ਚੈਨਲ ਪੰਜਾਬੀ ਦੇ ਨਾਲ। D5 ਚੈਨਲ ਪੰਜਾਬੀ ਹੁਣੇ ਸਬਸਕ੍ਰਾਈਬ ਕਰੋ, ਬੈਲ ਆਈਕਨ ਤੇ ਕਲਿੱਕ ਕਰੋ।